ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਅੱਜ ਅਸੀਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੈਸ ਸਤੰਬਰ 24 2020 ਵਾਲਾ ਟੈਸਟ ਹੱਲ ਕਰਾਂਗੇ। ਤਾਂ ਬੱਚਿਓ ਤੁਸੀਂ ਦੇਖਣਾ ਵੀ ਤੁਹਾਡੇ ਜਿਹੜੇ ਸਵਾਲ ਆ ਉਹ ਕਿੰਨੇ ਸਹੀ ਬਣਦੇ ਹਨ ਜਾਂ ਕਿਹੜੇ ਸਵਾਲ ਤੁਹਾਡੇ ਗਲਤ ਸਨ ਤੇ ਤੁਹਾਡੇ ਇਸ ਟੈਸਟ ਵਿੱਚੋਂ ਕੁੱਲ ਕਿੰਨੇ ਅੰਕ ਬਣਦੇ ਹਨ। ਤਾਂ ਬੱਚੇ ਹੁਣ ਆਪਾਂ ਪਹਿਲਾ ਸਵਾਲ ਹੱਲ ਕਰਦੇ ਹਾਂ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ x ਧੁਰੇ ਤੇ ਸਥਿਤ ਕਿਸੇ ਬਿੰਦੂ ਦਾ ਕੋਟੀ ਕਿੰਨਾ ਹੋਵੇਗਾ। ਬੱਚੋ ਆਪਾਂ ਦੇਖਣਾ ਵੀ x ਧੁਰੇ ਤੇ ਸਥਿਤ ਕੋਟੀ ਹੁਣ ਸਾਨੂੰ ਪਤਾ ਹੈ ਬੱਚੋ ਦੇਖੋ ਇਹ ਸਾਡੇ ਕੋਲ ਆਪਾਂ ਇਸ ਤਰ੍ਹਾਂ ਜੇ ਆਪਾਂ x y ਬਣਾਈਏ ਸਾਡੇ ਕੋਲ ਧੁਰੇ ਹੋ ਗਏ ਇਹ ਸਾਡੇ ਕੋਲੇ x ਧੁਰਾ ਹੋ ਗਿਆ ਇਹ ਸਾਡੇ ਕੋਲੇ y ਧੁਰਾ ਹੋ ਗਿਆ ਇਹ ਸਾਡਾ ਬੱਚੋ ਮੂਲ ਬਿੰਦੂ ਹੋ ਗਿਆ। ਹੁਣ ਦੇਖੋ ਬਿੰਦੂ ਇੱਥੇ ਕੋਈ x ਧੁਰੇ ਤੇ ਪਿਆ ਜਾਂ ਇੱਧਰ ਪਿਆ ਹੁਣ ਦੇਖੋ ਇਹਦੇ ਸਾਹਮਣੇ y ਦੀ ਵੈਲਿਊ ਕਿੰਨੀ ਹੋ ਗਈ 0 ਠੀਕ ਹੈ। ਤਾਂ ਸਾਡੇ ਕੋਲੇ ਬਿੰਦੂ ਪਰ ਕਿਸ ਪ੍ਰਕਾਰ ਬਣੇਗਾ x 0 ਜਾਣੀ ਕਿ x ਧੁਰੇ ਤੇ ਕੋਟੀ ਆਰਡੀਨੇਟ ਦੀ ਵੈਲਿਊ 0 ਹੁੰਦੀ ਹੈ। ਤਾਂ ਇਸ ਕਰਕੇ ਬੱਚੋ ਸਾਡੇ ਇਸ ਸਵਾਲ ਦਾ ਆਪਸ਼ਨ ਹੈ 0। ਹੁਣ ਬੱਚੋ ਆਪਾਂ ਦੂਸਰਾ ਸਵਾਲ ਦੇਖਦੇ ਹਾਂ। ਸਾਡੇ ਕੋਲੇ ਦੂਸਰੇ ਸਵਾਲ ਦੇ ਵਿੱਚ ਕੀ ਹੈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਬਹੁਪਦ px x plus 5 x minus 2 ਦੀ ਇੱਕ ਸਿਫਰ ਹੈ। ਤਾਂ ਬੱਚੋ ਅਸੀਂ ਦੇਖਣਾ ਵੀ ਇਹਨਾਂ ਦੀ ਸਿਫਰ ਕਿਹੜੀ ਹੈ। ਦੇਖੋ ਇੱਕ ਸਾਡੇ ਕੋਲ ਹੈ x plus 5 ਦੂਸਰਾ ਸਾਡੇ ਕੋਲੇ ਹੈ x minus 2 ਗੁਣਨਖੰਡ। ਹੁਣ ਦੇਖੋ ਆਪਾਂ ਜੇ x plus 5 ਨੂੰ ਬਰਾਬਰ 0 ਕਰਕੇ ਸਿਫਰ ਪਤਾ ਕਰਦੇ ਹਾਂ ਦੂਸਰਾ ਅਸੀਂ x ਘਟਾਓ 2 ਨੂੰ ਬਰਾਬਰ ਕੀਤਾ ਸਿਫਰ ਦੇ ਉੱਥੋਂ 0 ਪਤਾ ਕਰਦੇ ਹਾਂ। ਇੱਥੋਂ ਸਾਡੇ ਕੋਲ x ਦਾ ਮੁੱਲ ਕਿੰਨਾ ਆਵੇਗਾ 2 ਜੋ ਇੱਥੋਂ ਸਾਡੇ ਕੋਲ x ਦਾ ਮੁੱਲ ਕਿੰਨਾ ਜਾਵੇਗਾ ਘਟਾਓ 5 ਕਿਉਂਕਿ 5 ਨੂੰ ਅਸੀਂ ਇਸ ਸੱਜੇ ਪਾਸੇ ਲੈ ਗਏ ਤਾਂ ਸਾਡੇ ਕੋਲ ਸਿਫਰ ਕਿੰਨੀ ਆ ਗਈ ਇੱਕ ਤਾਂ ਆ ਗਈ ਘਟਾਓ 5 ਦੂਸਰੀ ਆ ਗਈ ਜਮਾ 2। ਹੁਣ ਆਪਾਂ ਦੇਖੇ ਜਮਾ 2 ਹੈ ਇਹ ਦੇਖੋ ਇਹ ਵੀ ਨਹੀਂ ਹੋ ਸਕਦਾ ਆਪਸ਼ਨ ਇਹ ਵੀ ਨਹੀਂ ਹੋ ਸਕਦਾ 0 ਵੀ ਨਹੀਂ ਹੈ ਤਾਂ ਸਾਡੇ ਕੋਲ ਇਸ ਸਵਾਲ ਦਾ ਕੀ ਉੱਤਰ ਹੈ ਫਿਰ ਘਟਾਓ 5। ਹੁਣ ਬੱਚੋ ਆਪਾਂ ਤੀਸਰਾ ਸਵਾਲ ਦੇਖਦੇ ਹਾਂ। ਚਿੱਤਰ ਵਿੱਚ ਦਿਖਾਏ ਕੋਣ A ਅਤੇ B ਦਾ ਆਪਸੀ ਸੰਬੰਧ ਕੀ ਹੈ। ਬੱਚੋ ਆਪਾਂ ਦੱਸਣਾ ਵੀ ਇਹਨਾਂ ਦਾ ਆਪਸੀ ਸੰਬੰਧ ਕੀ ਹੈ। ਸਾਡੇ ਕੋਲ ਆਪਸ਼ਨ ਹੈ ਪੂਰਕ ਕੋਣ ਸੰਪੂਰਕ ਕੋਣ ਸਿਖਰ ਸਨਮੁਖ ਕੋਣ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਹੁਣ ਦੇਖੋ ਅਸੀਂ ਦੇਖਦੇ ਵੀ ਜਿਹੜੇ ਇਹ ਕੋਣ ਆ ਸਾਡੇ ਕੋਲ ਇੱਕ ਸਿੱਧੀ ਰੇਖਾ ਹੈ ਇਹ ਰੇਖਾ ਇੱਥੇ ਕੀ ਹੈ ਬੱਚਿਓ ਲੰਬ ਹੈ ਯਾਨੀ ਕਿ ਜਿਹੜੇ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਿੰਨੇ ਡਿਗਰੀ ਬਣਦਾ ਹੈ 90 ਡਿਗਰੀ। ਜਦੋਂ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਬੱਚਿਓ ਅਸੀਂ ਉਹਨਾਂ ਕੋਣਾਂ ਨੂੰ ਕੀ ਕਹਿੰਦੇ ਹਾਂ ਪੂਰਕ ਕੋਣ। ਤਾਂ ਇਸ ਲਈ ਇਸ ਸਵਾਲ ਦਾ ਜੋ ਉੱਤਰ ਹੈ ਉਹ ਹੈ ਸਾਡੇ ਕੋਲ ਪੂਰਕ ਕੋਣ। ਤਾਂ ਪੂਰਕ ਕੋਣ ਸਾਡਾ ਸਹੀ ਆਨਸਰ ਹੋਵੇਗਾ। ਬੱਚਿਓ ਆਪਾਂ ਅਗਲਾ ਸਵਾਲ ਦੇਖਦੇ ਹਾਂ। ਸਾਡੇ ਕੋਲ ਚੌਥਾ ਸਵਾਲ ਹੈ ਇਹਨਾਂ ਵਿੱਚੋਂ ਕਿਹੜੀਆਂ ਇੱਕ ਸਮਕੋਣ ਤ੍ਰਿਕੋਣ ਦੀਆਂ ਭੁਜਾਵਾਂ ਹਨ। ਤਾਂ ਬੱਚਿਓ ਅਸੀਂ ਦੇਖਣਾ ਸਮਕੋਣ ਤ੍ਰਿਕੋਣ ਦੀਆਂ ਭੁਜਾਵਾਂ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਸਮਕੋਣ ਤ੍ਰਿਕੋਣ ਦੀਆਂ ਭੁਜਾਵਾਂ ਕਿਹੜੀਆਂ ਹੁੰਦੀਆਂ ਹਨ। ਜੇਕਰ ਕਿਸੇ ਇੱਕ ਭੁਜਾ ਦਾ ਵਰਗ ਦੂਸਰੀਆਂ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਵੇ ਤਾਂ ਅਸੀਂ ਉਹਨਾਂ ਭੁਜਾਵਾਂ ਨੂੰ ਸਮਕੋਣ ਤ੍ਰਿਭੁਜ ਦੀਆਂ ਭੁਜਾਵਾਂ ਕਹਿੰਦੇ ਹਾਂ। ਹੁਣ ਆਪਾਂ ਦੇਖ ਲਓ 4 ਦਾ ਵਰਗ 16 4 ਦਾ ਵਰਗ 16 ਇਹ 64 ਇਹ ਨਹੀਂ ਹੁੰਦਾ 2 ਦਾ ਵਰਗ 4 3 ਦਾ ਵਰਗ 9 9 ਤੇ 4 13 ਇਹ ਵੀ ਨਹੀਂ ਹੈ। ਹੁਣ ਅਸੀਂ ਇੱਧਰ ਦੇਖੀਏ ਅਸੀਂ ਵਰਗਮੂਲ 13 ਦਾ ਵਰਗ ਕੀਤਾ ਬੱਚਿਓ ਇਹ ਕਿੰਨਾ ਆ ਗਿਆ ਸਾਡੇ ਕੋਲੇ 13 ਅੱਗੇ ਅਸੀਂ ਇੱਧਰ 3 ਦਾ ਵਰਗ ਕੀਤਾ 9 2 ਦਾ ਵਰਗ ਕੀਤਾ 4 ਤਾਂ 3 ਦਾ ਵਰਗ ਅਤੇ ਜਿਹੜਾ 2 ਦਾ ਵਰਗ ਹੈ ਬੱਚੋ ਕਿੰਨਾ ਬਣ ਜਾਂਦਾ ਹੈਗਾ 13 ਠੀਕ ਹੈ। ਜਾਂ ਤਾਂ ਇਸ ਤਰ੍ਹਾਂ ਸਾਡੇ ਕੋਲੇ ਇਹਦਾ ਆਨਸਰ ਕਿੰਨਾ ਆ ਜਾਵੇ ਸਾਡੇ ਕੋਲੇ ਵਰਗਮੂਲ 13 3 ਤੇ 2 ਯਾਨੀ ਕਿ ਇਹ ਭੁਜਾਵਾਂ ਸਮਕੋਣ ਤ੍ਰਿਭੁਜ ਦੀਆਂ ਭੁਜਾਵਾਂ ਹਨ। ਹੁਣ ਬੱਚੋ ਅਸੀਂ ਅਗਲਾ ਪੰਜਵਾਂ ਸਵਾਲ ਦੇਖਦੇ ਹਾਂ। ਦਿੱਤੇ ਤ੍ਰਿਭੁਜ ਦੀਆਂ ਭੁਜਾਵਾਂ ਲਈ ਸਹੀ ਵਿਕਲਪ ਚੁਣੋ। ਤਾਂ ਦੇਖਦੇ ਹਾਂ ਬੱਚੋ ਵਿਕਲਪ ਕੇ ਸਾਡੇ ਕੋਲੇ ਇੱਥੇ ਅਸੀਂ ਦੱਸਣਾ ਵੀ ਕਿਹੜੀ ਭੁਜਾ ਵੱਡੀ ਹੈ ਬੱਚੋ ਕਿਹੜੀ ਭੁਜਾ ਛੋਟੀ ਹੈ। ਤਾਂ ਦੇਖੋ ਆਪਾਂ ਚਿੱਤਰ ਵਿੱਚ ਦੇਖਦੇ ਹਾਂ ਇਹਨਾਂ ਤਿੰਨਾਂ ਕੋਣਾਂ ਵਿੱਚੋਂ ਸਭ ਤੋਂ ਵੱਡਾ ਕੋਣ ਕਿਹੜਾ ਹੈ 70 ਯਾਨੀ ਕਿ ਫਿਰ ਜਿਹੜੀ ਡੀ ਭੁਜਾ ਗਈ ਉਹ ਸਭ ਤੋਂ ਕੀ ਹੋਣੀ ਹੈ ਵੱਡੀ। ਸਭ ਤੋਂ ਛੋਟਾ ਕੋਣ ਕਿਹੜਾ ਹੈ 45 ਯਾਨੀ ਕਿ ਜਿਹੜੀ A ਭੁਜਾ ਸਭ ਤੋਂ ਛੋਟੀ ਤੇ ਜਿਹੜਾ 65 ਹੈ ਇਹ ਦੋਨਾਂ ਦੇ ਵਿਚਾਲੇ ਹੈ ਯਾਨੀ ਕਿ P ਆਏਗਾ ਵਿਚਾਲੇ ਕਿਉਂਕਿ ਜਿੰਨਾ ਕੋਣ ਵੱਡਾ ਹੁੰਦਾ ਹੈ ਤਾਂ ਵੱਡੇ ਕੋਣ ਦੀ ਸਨਮੁਖ ਭੁਜਾ ਵੀ ਵੱਡੀ ਹੁੰਦੀ ਹੈ। ਤਾਂ ਸਾਡੇ ਕੋਲ ਸਭ ਤੋਂ ਛੋਟੀ ਭੁਜਾ ਕੀ ਹੋਗੀ A ਉਸ ਤੋਂ ਵੱਡੀ ਭੁਜਾ ਕਿਹੜੀ ਹੋਗੀ P
ਉਸ ਤੋਂ ਵੱਡੀ ਭੁਜਾ ਕਿਹੜੀ ਹੋ ਗਈ D, ਤਾਂ APD। ਤਾਂ ਇਸ ਪ੍ਰਕਾਰ ਬੱਚੋ ਜਿਹੜਾ ਇਹਦਾ ਸਾਡੇ ਕੋਲ ਹੈਗਾ ਉਹ ਆਪਸ਼ਨ ਹੋਵੇਗਾ। ਦੇਖੋ ਆਪਾਂ ਦੇਖਣਾ ਕਿਹਦੇ ਵਿੱਚ ਹੈ, ਇਹ ਸਾਡੇ ਕੋਲ ਆਪਸ਼ਨ ਹੈ APD। ਤਾਂ ਸਾਡੇ ਕੋਲ ਜਿਹੜਾ ਇਹ ਆਪਸ਼ਨ ਹੈਗਾ ਇਹ ਇਸ ਦਾ ਬੱਚਿਓ ਉੱਤਰ ਹੋਵੇਗਾ। ਤੁਸੀਂ ਇਸ ਸਵਾਲ ਜਿਹੜਾ ਟਿੱਕਾ ਉਹ ਕੀਤਾ ਹੋਵੇਗਾ APD। ਹੁਣ ਬੱਚਿਓ ਅਸੀਂ ਅਗਲਾ ਸਵਾਲ ਦੇਖਦੇ ਹਾਂ। ਸਾਡੇ ਕੋਲ 6ਵਾਂ ਸਵਾਲ ਹੈ, ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਸੂਤਰ ਦੇ ਵਿੱਚ S ਕੀ ਦਰਸਾਉਂਦਾ ਹੈ। ਤਾਂ ਬੱਚੇ ਤੁਸੀਂ ਦੇਖਿਆ ਵੀ ਜਦੋਂ ਅਸੀਂ ਹੀਰੋ ਸੂਤਰ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਕੋਲੇ S ਦਾ ਮੁੱਲ ਹੁੰਦਾ ਹੈ A ਜਮਾ B ਜਮਾ C ਬਟਾ 2। ਤਾਂ ਬੱਚੇ ਦੇਖੋ A B C ਤਿੰਨੇ ਭੁਜਾਵਾਂ ਦਾ ਜੋੜ, ਤਿੰਨੇ ਭੁਜਾਵਾਂ ਦਾ ਜੋੜ ਕੇ ਬੱਚੇ ਹੁੰਦਾ ਗਾ, ਸਾਨੂੰ ਪਤਾ ਵੀ ਉਹ ਹੁੰਦਾ ਗਾ ਪਰਿਮਾਪ। ਪਰਿਮਾਪ ਬਟੇ 2 ਜਾਣੀ ਕਿ ਅੱਧਾ ਪਰਿਮਾਪ ਜਾਣੀ ਕਿ ਅਰਧ ਪਰਿਮਾਪ ਸੈਮੀ ਪੈਰੀਮੀਟਰ। ਇਸ ਦਾ ਮਤਲਬ ਕੀ ਹੈ ਸੈਮੀ ਪੈਰੀਮੀਟਰ, ਜਾਣੀ ਕਿ ਇਸ ਸਵਾਲ ਦਾ ਉੱਤਰ ਆਵੇਗਾ ਤ੍ਰਿਭੁਜ ਦਾ ਅਰਧ ਪਰਿਮਾਪ ਸੈਮੀ ਪੈਰੀਮੀਟਰ ਆਫ ਟ੍ਰਾਇੰਗਲ। ਇਹ ਸਾਡਾ ਇਸ ਸਵਾਲ ਦਾ ਉੱਤਰ ਹੈ। ਅੱਗੇ ਬੱਚੇ 7ਵਾਂ ਸਵਾਲ ਦੇਖਦੇ ਹਾਂ। ਮੋਹਨ, ਪ੍ਰੀਤ ਅਤੇ ਹਰਮਨ ਇੱਕ 100 ਮੀਟਰ ਦੌੜ ਵਿੱਚ ਭਾਗ ਲੈ ਰਹੇ ਹਨ। ਉਹਨਾਂ ਦੇ ਦੌੜ ਜਿੱਤਣ ਦੀ ਸੰਭਾਵਨਾ ਹੇਠ ਲਿਖੇ ਅਨੁਸਾਰ ਹੈ। ਸਾਡੇ ਕੋਲ ਜੋ ਮੋਹਨ ਦੀ ਸੰਭਾਵਨਾ ਹੈ ਉਹ 0.3 ਹੈ, ਪ੍ਰੀਤ ਦੀ 1/2 ਹੈ ਤੇ ਹਰਮਨ ਦੀ 20% ਹੈ। ਅਸੀਂ ਦੱਸਣਾ ਇਹਨਾਂ ਵਿੱਚੋਂ ਕਿਸ ਦੇ ਦੌੜ ਜਿੱਤਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਦੇਖੋ ਜੋ ਮੋਹਨ ਹੈ ਉਹ ਕਿੰਨਾ ਹੈ 0.3। 1/2 ਬੱਚੋ ਕਿੰਨਾ ਹੁੰਦਾ ਹੈ, 1/2 ਨੂੰ ਆਪਾਂ ਲੈ ਗਏ ਤਾਂ 0.5। ਅੱਗੇ ਦੇਖੋ 20% ਹੈ, ਜੇ 20% ਨੂੰ ਆਪਾਂ ਇਸ ਤਰ੍ਹਾਂ ਭਿੰਨ ਦੇ ਵਿੱਚ ਬਦਲ ਗਏ ਤਾਂ ਕਿੰਨਾ ਆ ਗਿਆ ਸਾਡੇ ਕੋਲੇ, 0 ਨਾਲ 0 ਕੱਟਤੀ, 2 1 2 5 ਦੂਣੀ 10 ਜਾਣੀ ਕਿ 1/5। ਬੱਚੋ 1/5 ਕਿੰਨਾ ਹੁੰਦਾ ਹੈ 0.2। ਦੇਖੋ 0.2 ਹੈ, ਇਹ 0.3 ਹੈ, ਇਹ 0.5 ਹੈ, ਤਾਂ ਵੱਧ ਕਿਹੜਾ ਹੋਇਆ 0.5 ਜਾਣੀ ਕਿ 1/2। ਤਾਂ 1/2 ਸੰਭਾਵਨਾ ਕਿਹਦੀ ਹੈ ਪ੍ਰੀਤ ਦੀ। ਤਾਂ ਬੱਚੇ ਫਿਰ ਪ੍ਰੀਤ ਦੀ ਸੰਭਾਵਨਾ ਸਭ ਤੋਂ ਵੱਧ ਹੈ, ਯਾਨੀ ਕਿ ਸਭ ਨਾਲੋਂ ਵੱਧ ਹੈ ਦੌੜ ਵਿੱਚ ਜਿੱਤਣ ਦੀ। ਹੁਣ ਬੱਚੋ ਇਸ ਅੱਗੇ 8ਵਾਂ ਸਵਾਲ ਦੇਖਦੇ ਹਾਂ। ਦਿੱਤੇ ਚਿੱਤਰ ਵਿੱਚ ਕੋਣ 4 ਬਰਾਬਰ ਹੈ। ਤਾਂ ਬੱਚੋ ਅਸੀਂ ਦੇਖਣਾ ਵੀ ਇਹਦੇ ਵਿੱਚ ਜੋ ਕੋਣ 4 ਹੈ ਉਹ ਕਿਹਦੇ ਬਰਾਬਰ ਹੈ। ਹੁਣ ਦੇਖੋ ਬੱਚੋ ਅਸੀਂ ਦੇਖੋ ਜਿਹੜਾ ਕੋਣ 4 ਹੈ ਇਹ ਤ੍ਰਿਭੁਜ ਦੇ ਬਾਹਰਲੇ ਪਾਸੇ ਬਣਿਆ ਹੈ, ਤਾਂ ਸਾਨੂੰ ਪਤਾ ਹੈ ਵੀ ਤ੍ਰਿਭੁਜ ਦਾ ਬਾਹਰੀ ਕੋਣ ਅੰਦਰਲੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤੇ ਅੰਦਰਲੇ ਸਨਮੁਖ ਕਿਹੜੇ ਹੈ ਕੋਣ ਬੱਚਿਓ 1 ਤੇ 2। ਤਾਂ ਸਾਡੇ ਕੋਲ ਜੋ ਕੋਣ 4 ਹੈ, ਕੋਣ 4 ਸਾਡੇ ਕੋਲ ਆਵੇਗਾ ਕੋਣ 1 ਜਮਾ ਕੋਣ 2। ਤਾਂ ਬੱਚਿਓ ਆਪਾਂ ਦੇਖਦੇ ਹਾਂ ਵੀ ਇਹ ਕਿਹੜੇ ਆਪਸ਼ਨ ਦੇ ਵਿੱਚ ਹੈ। ਕੋਣ 4 ਬਰਾਬਰ ਹੈ ਕੋਣ 1 ਤੇ ਜਮਾ ਕੋਣ 2। ਤਾਂ ਇਹ ਬੱਚੋ ਸਾਡੇ ਕੋਲੇ ਇਸ ਆਪਸ਼ਨ ਦੇ ਵਿੱਚ ਹੈ ਕੋਣ 1 ਜੋੜ ਕੋਣ 2। ਬੱਚੋ ਆਪਾਂ ਅਗਲਾ ਸਵਾਲ ਦੇਖਦੇ ਹਾਂ। ਸਵਾਲ ਨੰਬਰ 9 ਹੈ, ਪ੍ਰਮੇਯ ਸੰਖਿਆਵਾਂ ਨੂੰ P/Q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਤਾਂ ਬੱਚੋ ਇਹਦੇ ਵਿੱਚ ਸਾਨੂੰ ਸ਼ਰਤਾਂ ਦਿੱਤੀਆਂ ਵੀ PQ ਕੀ ਹੋਵੇਗਾ ਤੇ Q ਕੀ ਹੋਵੇਗਾ। ਤਾਂ ਸਾਨੂੰ ਪਤਾ ਵੀ ਇਹਦੇ ਵਿੱਚ ਜਦੋਂ ਅਸੀਂ ਕਿਸੇ ਸੰਖਿਆ ਨੂੰ ਪ੍ਰਮੇਯ ਸੰਖਿਆ ਦੇ ਰੂਪ ਵਿੱਚ ਲਿਖਦੇ ਹਾਂ ਇਸ ਤਰ੍ਹਾਂ ਬਟਿਆਂ ਦੇ ਵਿੱਚ PQ ਦੇ ਵਿੱਚ, ਸਾਡੇ ਕੋਲ ਜੋ P ਤੇ Q ਹੁੰਦੇ ਆ ਇਹ ਦੋਨੇ ਕੀ ਹੁੰਦੀਆਂ, ਇਹ ਸਾਡੇ ਕੋਲ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ ਇੰਟੀਜਰ, ਅਤੇ Q ਦੀ ਜਿਹੜੀ ਵੈਲਿਊ ਆ ਉਹ ਨਾਟ ਇਕੁਅਲ ਟੂ 0 ਬਰਾਬਰ 0 ਨਹੀਂ ਹੁੰਦੀ, ਯਾਨੀ ਕਿ P ਤੇ Q ਸੰਪੂਰਨ ਸੰਖਿਆਵਾਂ, Q ਨਾਟ ਇਕੁਅਲ ਟੂ 0, ਯਾਨੀ ਕਿ P ਐਂਡ Q ਆਰ ਇੰਟੀਜਰ ਨਾਟ ਇਕੁਅਲ ਟੂ 0। ਤਾਂ ਸਾਡੇ ਕੋਲ ਜੋ ਇਹ ਆਪਸ਼ਨ ਹੈ ਇਹ ਸਾਡੇ ਸਵਾਲ ਦਾ ਸਹੀ ਉੱਤਰ ਹੈ। ਹੁਣ ਬੱਚਿਓ ਆਪਾਂ ਅੱਗੇ ਸਵਾਲ 10ਵਾਂ ਸਵਾਲ ਦੇਖਦੇ ਹਾਂ। ਉਸ ਸਮਕੋਣ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 24 ਸੈਂਟੀਮੀਟਰ ਅਤੇ 7 ਸੈਂਟੀਮੀਟਰ ਹਨ ਅਤੇ ਉਹਨਾਂ ਦਾ ਪਰਿਮਾਪ 56 ਸੈਂਟੀਮੀਟਰ ਹੈ। ਹੁਣ ਦੇਖੋ ਬੱਚਿਓ ਸਾਨੂੰ ਕਿਹਾ ਤਾਂ ਹੈ ਸਮਕੋਣ ਤ੍ਰਿਭੁਜ ਹੈ, ਤਾਂ ਸਾਨੂੰ ਪਤਾ ਵੀ ਸਮਕੋਣ ਤ੍ਰਿਭੁਜ ਦੇ ਵਿੱਚ ਉਹਦਾ ਖੇਤਰਫਲ ਹੁੰਦਾ ਹੈ 1/2 ਆਧਾਰ ਗੁਣਾ ਲੰਬ। ਲੇਕਿਨ ਸਾਨੂੰ ਇਹ ਨਹੀਂ ਪਤਾ ਵੀ ਆਧਾਰ ਕਿਹੜਾ ਹੈ ਲੰਬ ਕਿਹੜਾ ਹੈ। ਤਾਂ ਪਹਿਲਾਂ ਬੱਚੋ ਆਪਾਂ ਤੀਸਰੀ ਇਹਦੀ ਤੀਸਰੀ ਭੁਜਾ ਗਈ ਉਹ ਆਪਾਂ ਪਤਾ ਕਰਦੇ ਹਾਂ। ਤਾਂ ਸਾਡੇ ਕੋਲ ਬੱਚੋ ਦੋ ਭੁਜਾਵਾਂ ਦਾ ਜੋੜ ਕਿੰਨਾ ਆ ਗਿਆ 24 ਜਮਾ 7 31। ਤਾਂ ਟੋਟਲ ਪਰਿਮਾਪ ਕਿੰਨਾ ਆ ਗਿਆ 56।
ਜੇ 56 ਵਿੱਚੋਂ ਅਸੀਂ 2 ਭੁਜਾਵਾਂ ਦਾ ਜੋੜ ਘਟਾ ਦਿੱਤਾ ਤਾਂ ਸਾਡੇ ਕੋਲੇ 25 ਆ ਗਿਆ, ਤਾਂ ਜਾਣੀ ਕਿ ਤੀਸਰੀ ਭੁਜਾ ਆ ਗਈ। ਤਾਂ ਕਿਉਂਕਿ ਬੱਚਿਓ ਤ੍ਰਿਭੁਜ ਕੀ ਹੈ, ਸਮਕੋਣ ਹੈ, ਤਾਂ ਸਾਨੂੰ ਪਤਾ ਵੀ ਸਮਕੋਣ ਤ੍ਰਿਭੁਜ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਭੁਜਾ ਹੁੰਦੀ ਹੈ ਉਹ ਕਿਹੜੀ ਭੁਜਾ ਹੁੰਦੀ ਹੈ, ਉਹ ਸਾਡੇ ਕੋਲ ਕਰਣ ਹੁੰਦੀ ਹੈ। ਜਾਣੀ ਕਿ ਕਰਣ ਕਿੰਨਾ ਦੇ ਵਿੱਚ 25, ਤਾਂ ਸਾਡੇ ਕੋਲ ਬਾਕੀ ਭੁਜਾਵਾਂ ਇਹ 7 ਤੇ 24 ਰਹਿ ਗਈਆਂ, 24 ਇਹ ਵੀ 7, ਜਾਣੀ ਕਿ ਇੱਕ ਲੰਬ ਤੇ ਆਧਾਰ 24 ਤੇ 7 ਰਹਿ ਗਿਆ। ਹੁਣ ਬੱਚੋ ਫਿਰ ਆਪਾਂ ਇਹਦਾ ਖੇਤਰਫਲ ਕਿਵੇਂ ਪਤਾ ਕਰ ਸਕਦੇ ਹਾਂ, 1/2 ਗੁਣਾ 24 ਗੁਣਾ 7, ਨੂੰ ਆਪਾਂ ਕੱਢਦੇ ਹਾਂ ਬੱਚੋ 12 ਨਾਲ, 12 ਨੂੰ 7 ਨਾਲ ਕੀਤਾ 84, ਜਾਣੀ ਕਿ ਇਸ ਤ੍ਰਿਭੁਜ ਦਾ ਖੇਤਰਫਲ ਕਿੰਨਾ ਜਾਵੇਗਾ, 84 ਸੈਂਟੀਮੀਟਰ ਵਰਗ। ਤਾਂ ਉਹ ਬੱਚੋ ਆਪਾਂ ਦੇਖਦੇ ਹਾਂ ਵੀ ਉਹ ਕਿਹੜੇ ਆਪਸ਼ਨ ਦੇ ਵਿੱਚ ਹੈ, ਪਹਿਲੇ ਦੂਜੇ 'ਚ ਨਹੀਂ ਹੈ, ਤਾਂ ਜੋ 84 ਹੈ ਸਾਡੇ ਕੋਲ ਬੱਚਿਓ, ਇਹ ਚੌਥੇ ਆਪਸ਼ਨ ਦੇ ਵਿੱਚ ਜਿਹੜਾ ਉੱਤਰ ਸਾਡਾ ਸੀ ਇਹ ਬਣਦਾ ਹੈ। 84 ਸੈਂਟੀਮੀਟਰ ਵਰਗ ਤ੍ਰਿਭੁਜ ਦਾ ਖੇਤਰਫਲ ਸਾਡੇ ਕੋਲ ਆ ਜਾਵੇਗਾ। ਬੱਚਿਓ ਅਸੀਂ 11ਵਾਂ ਸਵਾਲ ਦੇਖਦੇ ਹਾਂ। ਰਾਮ ਅਤੇ ਸ਼ਾਮ ਮੈਚ ਤੋਂ ਪਹਿਲਾਂ ਟਾਸ ਲਈ ਇੱਕ ਸਿੱਕਾ ਉਛਾਲਦੇ ਹਨ। ਰਾਮ ਦੇ ਟਾਸ ਜਿੱਤਣ ਦੀ ਸੰਭਾਵਨਾ ਕੀ ਹੈ? ਤਾਂ ਬੱਚਿਓ ਸਾਨੂੰ ਪਤਾ ਵੀ ਜਦੋਂ ਅਸੀਂ ਟਾਸ ਕਰਦੇ ਹਾਂ ਸਿੱਕੇ ਨਾਲ ਤਾਂ ਉਹਦੇ ਜਿਹੜੇ ਕੁੱਲ ਆ ਉਹ 2 ਪਾਸੇ ਹੁੰਦੇ ਨੇ, ਜਾਣੀ ਕਿ ਕੁੱਲ ਜਿਹੜੇ ਉਹਦੇ ਨਤੀਜੇ 2 ਬਣਦੇ ਹਨ। ਲੇਕਿਨ ਜਦੋਂ ਅਸੀਂ ਇੱਕ ਸਾਡਾ ਹੈਡ ਜਾਂ ਟੇਲ ਅਸੀਂ ਆਪਦਾ ਮੰਨਦੇ ਹਾਂ ਤਾਂ ਉਹ ਸਿਰਫ ਇੱਕ ਹੀ ਹੁੰਦਾ ਹੈ। ਠੀਕ ਹੈ, ਮੰਨ ਲਓ ਤੁਸੀਂ ਹੈਡ ਚੁਣਿਆ ਹੈ ਤਾਂ ਉਹ ਇੱਕ ਹੋਵੇਗਾ, ਜਾਂ ਚਿੱਤ ਜਾਂ ਪਟ ਆਪਾਂ ਕਹਿ ਦਿੰਦੇ ਹਾਂ। ਤਾਂ ਇਸ ਕਰਕੇ ਉਹਨਾਂ ਦੇ ਟਾਸ ਜਿੱਤਣ ਦੀ ਸੰਭਾਵਨਾ ਕਿੰਨੀ ਹੋਵੇਗੀ, 1/2, ਜਾਣੀ ਕਿ 50%, ਕਿਉਂਕਿ 2 ਜਾਣੇ ਹਨ ਦੋਨਾਂ ਦੀ 50-50% ਹੋਵੇਗੀ, ਜਾਣੀ ਕਿ 1/2। ਤਾਂ ਫਿਰ ਇਸ ਸਵਾਲ ਦਾ ਆਨਸਰ ਕੀ ਸਹੀ ਹੈ, 1/2। 12ਵਾਂ ਸਵਾਲ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਤ੍ਰਿਭੁਜ ਦੀ ਸਰਵਾਂਗ ਸਮਤਾ ਦਾ ਨਿਯਮ ਨਹੀਂ ਹੈ? ਬੱਚੋ ਕਨਵੈਨਸ ਰੂਲਸ ਆਫ ਟ੍ਰਾਇੰਗਲ ਕਿਹੜਾ ਨਹੀਂ ਹੈ? ਸਾਨੂੰ ਪਤਾ ਵੀ SS ਰੂਲ ਹੁੰਦਾ, ਭੁਜਾ ਕੋਣ ਭੁਜਾ, ਅੱਗੇ ASA ਕੋਣ ਭੁਜਾ ਕੋਣ ਵੀ ਹੁੰਦਾ ਹੈ, ਅੱਗੇ SS ਭੁਜਾ ਭੁਜਾ ਵੀ ਹੁੰਦਾ ਹੈ, ਲੇਕਿਨ AA ਕੋਣ ਕੋਣ ਤ੍ਰਿਭੁਜ ਦੀ ਸਰਵਾਂਗ ਸਮ ਦਾ ਕੋਈ ਨਿਯਮ ਨਹੀਂ ਹੁੰਦਾ। ਇਸ ਕਰਕੇ ਬੱਚਿਓ ਇਸ ਸਵਾਲ ਦਾ ਉੱਤਰ ਕੀ ਹੈ ਸਾਡੇ ਕੋਲ, AA ਰੂਲ ਨਿਯਮ ਵਾਲਾ ਉੱਤਰ। ਹੁਣ ਬੱਚਿਓ ਆਪਾਂ 13ਵਾਂ ਸਵਾਲ ਦੇਖਦੇ ਹਾਂ। 13ਵੇਂ ਸਵਾਲ ਵਿੱਚ ਕੀ ਹੈ ਬੱਚਿਓ, ਇੱਕ ਤ੍ਰਿਭੁਜ ਆਕਾਰ ਦੇ ਭੂਖੰਡ ਦੀਆਂ ਭੁਜਾਵਾਂ ਦਾ ਅਨੁਪਾਤ 3, 5, 7 ਹੈ। ਇਸ ਦਾ ਪਰਿਮਾਪ 300 ਮੀਟਰ ਹੈ। ਇਸ ਭੂਖੰਡ ਦਾ ਖੇਤਰਫਲ ਕਿੰਨਾ ਹੋਵੇਗਾ? ਤਾਂ ਬੱਚਿਓ ਸਾਡੇ ਕੋਲ ਖੰਡ ਆ, ਉਹ ਕੀ ਹੈ, ਸਾਡੇ ਕੋਲ ਇੱਕ ਤ੍ਰਿਭੁਜ ਆਕਾਰ ਦਾ ਹੈ, ਉਹਦੀਆਂ ਭੁਜਾਵਾਂ ਦਾ ਅਨੁਪਾਤ ਦਿੱਤਾ, ਠੀਕ ਹੈ ਬੱਚਿਓ, ਤੇ ਉਹਨਾਂ ਦਾ ਸਾਨੂੰ ਪਰਿਮਾਪ ਦਿੱਤਾ। ਤਾਂ ਬੱਚਿਓ ਸਾਡੇ ਕੋਲ ਜਿਹੜਾ ਅਨੁਪਾਤ ਹੈ ਉਹ ਕੀ ਹੈ, 3, 5, 7 ਹੈ। ਤਾਂ ਅਸੀਂ ਇਹਨਾਂ ਨਾਲ x ਲਾ ਲੈਂਦੇ ਹਾਂ, ਇਹ ਸਾਡੇ ਕੋਲ ਪਹਿਲੀ ਭੁਜਾ ਬਣ ਗਈ, ਇਹ ਸਾਡੇ ਕੋਲ ਦੂਸਰੀ ਭੁਜਾ ਬਣ ਗਈ, ਇਹ ਸਾਡੇ ਕੋਲ ਤੀਸਰੀ ਭੁਜਾ ਬਣ ਗਈ। ਬੱਚਿਓ ਤਿੰਨੇ ਭੁਜਾਵਾਂ ਜੋੜ ਕੇ ਬਰਾਬਰ ਆ ਜਾਵੇਗਾ, ਪਰਿਮਾਪ ਦੇ ਬਰਾਬਰ। ਇਹ ਸਾਡੇ ਕੋਲ ਬਣ ਗਿਆ 15x ਬਰਾਬਰ 300। ਤਾਂ x ਦਾ ਮੁੱਲ ਕਿੰਨਾ ਆ ਜਾਵੇਗਾ, 300/15, ਜਾਣੀ ਕਿ 15 30 20, ਜਾਣੀ ਕਿ x ਦਾ ਮੁੱਲ ਆ ਗਿਆ ਸਾਡੇ ਕੋਲ 20। ਤਾਂ ਇਸ ਤੋਂ ਸਾਡੇ ਜਿਹੜੀਆਂ ਭੁਜਾਵਾਂ ਬਣ ਜਾਣੀਆਂ, ਇੱਕ ਭੁਜਾ ਬਣ ਜਾਣੀ ਵਿੱਚੋਂ 60, ਇੱਕ ਸਾਡੇ ਕੋਲ ਬਣ ਜਾਣੀ ਹੈ 100, ਇੱਕ ਸਾਡੇ ਕੋਲ ਬਣ ਜਾਣੀ ਹੈਗੀ 140। ਤਾਂ ਬੱਚਿਓ ਜਦੋਂ ਤੁਹਾਨੂੰ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਲੱਗੀਆਂ ਤਾਂ ਤੁਸੀਂ ਇਸ ਤੇ ਹੀਰੋ ਸੂਤਰ ਦੀ ਵਰਤੋਂ ਕਰਕੇ ਇਸ ਸਵਾਲ ਦਾ ਉੱਤਰ ਪਤਾ ਕਰ ਸਕਦੇ ਹੋ। ਤਾਂ ਬੱਚਿਓ ਜਦੋਂ ਤੁਸੀਂ ਹੀਰੋ ਸੂਤਰ ਦੀ ਵਰਤੋਂ ਕਰਕੇ ਇਸ ਸਵਾਲ ਦਾ ਉੱਤਰ ਪਤਾ ਕਰੋਗੇ ਤਾਂ ਤੁਹਾਡੇ ਕੋਲ ਜੋ ਉੱਤਰ ਆ ਜਾਵੇਗਾ ਉਹ ਜਾਵੇਗਾ 1500 ਵਰਗਮੂਲ 3 ਮੀਟਰ ਵਰਗ। ਬੱਚਿਓ ਅਸੀਂ ਅੱਗੇ 14ਵਾਂ ਸਵਾਲ ਦੇਖਦੇ ਹਾਂ। ਜਦੋਂ 1/2 ਵਰਗਮੂਲ 5 ਦੇ ਹਰ ਦਾ ਪਰਿਮੇਯੀਕਰਨ ਕੀਤਾ ਜਾਂਦਾ ਹੈ ਤਾਂ ਇਹ ਵਰਗਮੂਲ k/10 ਬਣ ਜਾਂਦਾ ਹੈ। k ਦਾ ਮੁੱਲ ਪਤਾ ਕਰੋ। ਬੱਚਿਓ ਦੇਖੋ ਸਾਡੇ ਕੋਲ ਸਵਾਲ ਹੈ ਉਹ ਹੈ 1/2 ਵਰਗਮੂਲ 5। ਅਸੀਂ ਇਸ ਨੂੰ ਹਰ ਦਾ ਪਰਿਮੇਯੀਕਰਨ ਕਰਕੇ ਦੇਖਦੇ ਹਾਂ। ਦੇਖੋ 2, ਇਹ ਸਾਡੇ ਕੋਲ ਆ ਗਿਆ ਵਰਗਮੂਲ 5। ਹੁਣ ਬੱਚਿਓ ਆਪਾਂ ਹਰ ਦਾ ਪਰਿਮੇਯੀਕਰਨ ਕੀਤਾ ਤਾਂ ਹਰ ਦੇ ਵਿੱਚ ਆਪਰਿਮੇਯ ਸੰਖਿਆ ਕਿਹੜੀ ਹੈ, ਵਰਗਮੂਲ 5। ਇਹਨੂੰ ਆਪਾਂ ਨੀਚੇ ਤੋਂ ਉੱਪਰ ਗੁਣਾ ਕੀਤਾ, ਉੱਪਰ ਆਪਾਂ 1 ਨੂੰ ਵਰਗਮੂਲ 5 ਨਾਲ ਕੀਤਾ, ਸਾਡੇ ਕੋਲ ਵਰਗਮੂਲ 5 ਆ ਗਿਆ। ਬੱਚਿਓ ਵਰਗਮੂਲ 5 ਨੂੰ ਵਰਗਮੂਲ 5 ਆ ਜਾਏਗਾ, 2 ਗੁਣਾ 5 10, ਤੇ ਸਾਡੇ ਕੋਲ ਸੰਖਿਆ ਇਹ ਬਣ ਗਈ। ਤਾਂ ਇਹ ਕਿਹੜੀ ਸੰਖਿਆ ਦਾ ਬਰਾਬਰ ਬਣ ਜਾਣਾ ਗਾ, ਵਰਗਮੂਲ k/10। ਹੁਣ ਦੇਖੋ 10 10 ਦੇ ਬਰਾਬਰ ਹੋ ਗਿਆ, ਵਰਗਮੂਲ ਦੇ ਵਰਗ ਜਾਣ ਕੇ k ਦੀ ਕੀਮਤ ਕਿੰਨੀ ਆ ਗਈ, ਤਾਂ k ਦੀ ਕੀਮਤ ਸਾਡੇ ਕੋਲ ਬੱਚਿਓ ਆ ਗਈ
5 यानी कि k बराबर है 5 ਦੇ। ਤਾਂ ਸਾਡਾ ਜੋ ਇਹ ਆਪਸ਼ਨ ਹੈ ਬੱਚਿਓ ਇਹ ਇਸ ਸਵਾਲ ਦਾ ਸਹੀ ਆਨਸਰ ਹੈ। ਹੁਣ ਬੱਚਿਓ ਅਸੀਂ 15ਵਾਂ ਸਵਾਲ ਦੇਖਦੇ ਹਾਂ। ਚਿੱਤਰ ਵਿੱਚ ਜੇਕਰ AB ਸਮਾਂਤਰ CD ਹੈ ਤਾਂ x ਦਾ ਮੁੱਲ ਪਤਾ ਕਰੋ। ਬੱਚਿਓ ਆਪਾਂ ਇਹਦੇ ਵਿੱਚ x ਦਾ ਮੁੱਲ ਪਤਾ ਕਰਨਾ ਹੈ। ਹੁਣ ਦੇਖੋ ਸਾਡੇ ਕੋਲ ਜਿਹੜੀ AB ਆ ਤੇ CD ਆਪਸ ਵਿੱਚ ਸਮਾਂਤਰ ਰੇਖਾਵਾਂ ਹਨ। ਤਾਂ ਬੱਚਿਓ ਜਿਹੜਾ ਕੋਣ x ਤੇ ਜਿਹੜਾ ਇਹ ਕੋਣ 30 ਹੈ 130 ਡਿਗਰੀ ਹੈ ਤਾਂ ਇਹ ਕਿਹੜੇ ਕੋਣ ਹਨ? ਇਹ ਸੰਗਤ ਕੋਣ ਹਨ। ਤੇ ਸਾਨੂੰ ਪਤਾ ਵੀ ਸਮਾਂਤਰ ਭੁਜਾਂ ਵਿਚਕਾਰ ਬਣੇ ਸੰਗਤ ਕੋਣ ਕੀ ਆ? ਬਰਾਬਰ ਹੁੰਦੇ ਹਨ। ਤਾਂ ਫਿਰ x ਦਾ ਮੁੱਲ ਵੀ ਬੱਚਿਓ ਕਿੰਨਾ ਜਾਵੇ 130 ਡਿਗਰੀ। ਤਾਂ ਇਸ ਲਈ ਇਸ ਸਵਾਲ ਦਾ ਜੋ ਉੱਤਰ ਹੈ ਉਹ ਕਿੰਨਾ ਹੈ 130 ਡਿਗਰੀ। ਬੱਚਿਓ ਅਸੀਂ ਅਗਲਾ ਸਵਾਲ ਦੇਖਦੇ ਹਾਂ 16ਵਾਂ। ਇਸ ਸਵਾਲ ਦੇ ਵਿੱਚ ਹੈ ਦਿੱਤੇ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ। ਤਾਂ ਬੱਚਿਓ ਇਹ ਸਾਡੇ ਕੋਲ ਇੱਕ ਸਮਾਂਤਰ ਚਤੁਰਭੁਜ ਹੈ। ਦੇਖੋ ਇਹ ਭੁਜਾ 5 ਹੈ ਇਹ ਭੁਜਾ 5 ਹੈ ਇਹਦੇ ਬਰਾਬਰ ਇਹਦੇ ਬਰਾਬਰ ਜਾਣੀ ਕਿ ਇੱਕ ਸਮਾਂਤਰ ਚਤੁਰਭੁਜ ਹੈ। ਹੁਣ ਆਪਾਂ ਦੇਖੀਏ ਸਮਾਂਤਰ ਚਤੁਰਭੁਜ ਦੇ ਵਿੱਚ ਆਪਾਂ ਜੇ ਭੁਜਾਵਾਂ ਨੂੰ ਇਸ ਤਰ੍ਹਾਂ ਲੈ ਲਈਏ ਵੀ ਜਿਹੜੀ ਉੱਪਰਲੀ ਭੁਜਾ ਦੇਖੋ ਨੀਚਲੇ ਭੁਜਾ ਦੇ ਕੀ ਹੈ ਸਮਾਂਤਰ ਹੈ। ਇਹ ਸਾਡੇ ਕੋਲੇ ਉੱਪਰ ਵਾਲੀ ਭੁਜਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਇਹ ਸਾਡੇ ਕੋਲੇ ਨੀਚੇ ਵਾਲੀ ਭੁਜਾ ਹੈ ਇਹ ਇਹਨਾਂ ਨੂੰ ਕੱਟ ਰਹੀ ਹੈ। ਹੁਣ ਦੇਖੋ ਜਿਹੜਾ ਆਹ ਕੋਣ ਹੋਵੇਗਾ ਤੇ ਇੱਧਰ ਕੋਣ ਹੋਵੇਗਾ ਬਰਾਬਰ ਹੋਣਗੇ ਇਕਾਂਤਰ ਕੋਣ ਹੋਣਗੇ। ਤਾਂ ਇਸ ਕਰਕੇ ਜਿਹੜਾ x ਕੋਣ ਤੇ ਜਿਹੜਾ ਆਹ ਕੋਣ ਹੋਵੇਗਾ ਇਹ ਆਪਸ ਵਿੱਚ ਬਰਾਬਰ ਹੋਣਗੇ ਕਿਉਂਕਿ ਸਮਾਂਤਰ ਭੁਜਾਵਾਂ ਦੇ ਵਿਚਕਾਰ ਇਹ ਇਕਾਂਤਰ ਕੋਣ ਬਣੇ ਹਨ। ਤਾਂ ਬੱਚਿਓ ਜੇਕਰ ਸਾਨੂੰ ਆਹ ਕੋਣ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਕੋਣ ਹੀ x ਹੋਵੇਗਾ। ਹੁਣ ਦੇਖੋ ਅਸੀਂ ਉਹ ਕੋਣ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ। ਹੁਣ ਕਿਉਂਕਿ ਸਾਡੇ ਕੋਲ ਅਸੀਂ ਦੇਖ ਗਏ ਵੀ ਜਿਹੜੀ SPQ ਇੱਕ ਤ੍ਰਿਭੁਜ ਹੈ ਤੇ ਉਹ ਤ੍ਰਿਭੁਜ ਦੇ ਸਾਨੂੰ ਦੋ ਕੋਣ ਦਿੱਤੇ ਹਨ। ਜੇ ਅਸੀਂ ਇਹਨਾਂ ਦੋਨਾਂ ਦਾ ਜੋੜ ਕਰਦੇ ਹਾਂ ਤਾਂ ਬੱਚਿਓ ਕਿੰਨਾ ਬਣ ਜਾਵੇਗਾ 32 ਡਿਗਰੀ ਤੇ 115 ਡਿਗਰੀ। ਕਿੰਨਾ ਬਣ ਜਾਏਗਾ ਬੱਚਿਓ ਸਾਡੇ ਕੋਲ ਬਣ ਗਿਆ ਹੈ 147 ਡਿਗਰੀ। ਤਾਂ ਤੀਸਰਾ ਕੋਣ ਕਿਉਂਕਿ ਸਾਨੂੰ ਪਤਾ ਵੀ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਾਂ ਜਦੋਂ ਅਸੀਂ 180 ਵਿੱਚੋਂ 47 ਕਢਾਇਆ ਤਾਂ ਸਾਡੇ ਕੋਲ ਕੋਣ ਕਿੰਨਾ ਆ ਗਿਆ 33 ਡਿਗਰੀ। ਜਾਣੀ ਕਿ ਬੱਚੇ ਜਿਹੜਾ ਇਹ ਕੋਣ ਹੈ ਇਹ ਕੋਣ 33 ਡਿਗਰੀ ਹੈ। ਤਾਂ ਇਸ ਕਰਕੇ ਜਿਹੜਾ x ਕੋਣ ਆ ਉਹ ਵੀ 33 ਡਿਗਰੀ ਦੇ ਬਰਾਬਰ ਹੋਵੇਗਾ ਕਿਉਂਕਿ x ਤੇ ਇਹ ਕੋਣ ਆਪਸ ਵਿੱਚ ਕਿਹੜੇ ਕੋਣ ਹਨ ਇਕਾਂਤਰ ਕੋਣ ਹਨ। ਤਾਂ ਇਸ ਕਰਕੇ ਬੱਚਿਓ ਇਸ ਸਵਾਲ ਦਾ ਉੱਤਰ ਆ ਜਾਵੇਗਾ ਸਾਡੇ ਕੋਲ ਕਿਹੜੀ ਆਨਸਰ ਹੋਵੇਗਾ 33 ਡਿਗਰੀ ਆਪਸ਼ਨ ਵਾਲਾ। ਬੱਚਿਓ ਅਸੀਂ ਅਗਲਾ ਸਵਾਲ ਦੇਖਦੇ ਹਾਂ 17ਵਾਂ ਸਵਾਲ। ਦਿੱਤੇ ਚਿੱਤਰ ਵਿੱਚ ਰੇਖਾਵਾਂ AB ਅਤੇ CD ਬਿੰਦੂ O ਤੇ ਕੱਟਦੀਆਂ ਹਨ। ਜੇਕਰ AOC ਤੇ BO 70 ਡਿਗਰੀ ਹੈ BOD 40 ਡਿਗਰੀ ਹੈ ਤਾਂ CO ਕੋਣ ਪਤਾ ਕਰੋ। ਤਾਂ ਬੱਚਿਓ ਦੇਖੋ ਆਪਾਂ ਜੇ CO ਕੋਣ ਪਤਾ ਕਰਨਾ ਹੈ CO ਕੋਣ ਕਿਹੜਾ ਹੈ ਬੱਚਿਓ ਆਹ ਕੋਣ COE ਹੈ। ਸਾਨੂੰ AOC ਇਸ ਕੋਣ ਤੇ ਇਹਨਾਂ ਦੋਨਾਂ ਕੋਣਾਂ ਦਾ ਜੋੜ ਦਿੱਤਾ ਹੈ ਕਿੰਨੇ ਹਨ 70 ਡਿਗਰੀ। ਹੁਣ ਆਪਾਂ ਦੇਖੀਏ ਵੀ ਆਹ ਕੋਣ ਤੇ ਆਹ ਕੋਣ ਇੱਕ ਹੀ ਸਿੱਧੀ ਰੇਖਾ ਤੇ ਬਣੇ ਹਨ ਤੇ ਇਹਨਾਂ ਦਾ ਜੋੜ ਕਿੰਨਾ ਹੋਵੇਗਾ 180 ਡਿਗਰੀ। ਤਾਂ ਬੱਚਿਓ ਸਾਡੇ ਕੋਲ AOE ਪਲੱਸ BOE ਇਹ ਸਾਡੇ ਕੋਲ ਕੋਣ ਆ ਗਏ ਪਲੱਸ ਕੋਣ COE ਇਹਨਾਂ ਤਿੰਨਾਂ ਦਾ ਜੋੜ ਹੋਵੇਗਾ 180 ਡਿਗਰੀ। ਹੁਣ ਦੇਖੋ ਬੱਚਿਓ ਸਾਨੂੰ ਇਹਨਾਂ ਦੋਨਾਂ ਦਾ ਜੋੜ ਪਤਾ ਕਿੰਨਾ ਹੈ 70 ਡਿਗਰੀ। ਤਾਂ ਸਾਡੇ ਕੋਲ ਜੋ COE ਬਣ ਜਾਵੇਗਾ ਉਹ ਅਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ। ਦੇਖੋ 70 ਇੱਧਰ ਲੈ ਜਾਵਾਂਗੇ 180 ਜੋ ਘਟਾ ਦਿਆਂਗੇ ਤਾਂ ਸਾਡੇ ਕੋਲ ਜਿਹੜਾ ਕੋਣ CO ਵਿੱਚ ਕਿੰਨਾ ਆ ਜਾਵੇਗਾ 110 ਡਿਗਰੀ। ਜਾਣੀ ਕਿ ਇਸ ਸਵਾਲ ਦਾ ਉੱਤਰ ਕੀ ਹੋਵੇਗਾ 110 ਡਿਗਰੀ। ਤਾਂ ਉਹ ਬੱਚਿਓ ਅਸੀਂ ਦੇਖਦੇ ਹਾਂ ਕਿਹੜੇ ਆਪਸ਼ਨ ਦੇ ਵਿੱਚ ਹੈ ਇਹ ਸਾਡੇ ਕੋਲ ਇਸ ਆਪਸ਼ਨ ਦੇ ਵਿੱਚ ਪਿਆ ਹੈਗਾ 110 ਡਿਗਰੀ। ਅਸੀਂ ਅੱਗੇ ਸਵਾਲ ਦੇਖਦੇ ਹਾਂ ਸਾਡੇ ਕੋਲ 18ਵਾਂ ਸਵਾਲ ਹੈ ਸਰਲ ਕਰੋ। ਤਾਂ ਬੱਚਿਓ ਦੇਖੋ ਇਹ ਕੀ ਆ 3 ਜਮਾ ਵਰਗਮੂਲ 3 3 ਮੈਸ ਵਰਗਮੂਲ 3 ਜਾਣੀ ਕਿ A ਪਲੱਸ B A ਮਾਈਨਸ B। ਬੱਚਿਓ ਕੀ ਹੁੰਦਾ ਸਾਡੇ ਕੋਲ ਇਹ ਸੂਤਰ A ਦੀ 2 ਮਾਈਨਸ B ਦੀ 2 ਜਾਣੀ ਕਿ 3 ਦਾ ਵਰਗ ਤੇ ਵਰਗਮੂਲ 3 ਦਾ ਵਰਗ। 3 ਦਾ ਵਰਗ ਬੱਚਿਓ ਕਿੰਨਾ ਆ ਗਿਆ 9 ਵਰਗਮੂਲ 3 ਦਾ ਬੱਚਿਓ 3 9 ਚੋਂ 3 ਕੱਢੇ 6 ਤਾਂ ਜਾਣੀ ਕਿ ਬੱਚਿਓ ਇਸ ਸਵਾਲ ਦਾ ਉੱਤਰ ਕਿੰਨਾ ਆ ਗਿਆ ਸਾਡੇ ਕੋਲ 6। ਬੱਚਿਓ ਸੀਗੇ 19ਵਾਂ ਸਵਾਲ ਦੇਖਦੇ ਹਾਂ ਇੱਕ ਕ੍ਰਿਕਟ ਮੈਚ ਵਿੱਚ ਇੱਕ ਮਹਿਲਾ ਬੱਲੇਬਾਜ਼ ਖੇਡੀ ਗੇਂਦਾਂ 30 ਗੇਂਦਾਂ ਵਿੱਚੋਂ 6 ਵਾਰ ਚੌਕਾ ਮਾਰਦੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਪਤਾ ਕਰੋ। ਬੱਚਿਓ ਕੁੱਲ ਕਿੰਨੀਆਂ ਗੇਂਦਾਂ ਖੇਡੀਆਂ 30
ਉਹਦੇ ਵਿੱਚ ਚੌਕਾ ਕਿੰਨੀਆਂ ਗੇਂਦਾਂ ਤੇ ਮਾਰਦੀ ਹੈ ਉਹ 6 ਤੇ। ਕਿੰਨੀਆਂ ਗੇਂਦਾਂ ਤੇ ਚੌਕਾ ਨਹੀਂ ਮਾਰਿਆ 24 ਤੇ, ਕਿਉਂਕਿ ਉਹ 30 ਦੇ ਵਿੱਚੋਂ 6 ਤੇ ਚੌਕਾ ਮਾਰਦੀ ਹੈ, 24 ਤੇ ਚੌਕਾ ਨਹੀਂ ਮਾਰਦੀ। ਤਾਂ ਕਿਉਂਕਿ ਅਸੀਂ ਚੌਕਾ ਨਾ ਮਾਰੇ ਜਾਨੀ ਸੰਭਾਵਨਾ ਪਤਾ ਕਰਨੀ ਹੈ, ਯਾਨੀ ਕਿ 24 ਗੇਂਦਾਂ ਤੇ ਚੌਕਾ ਨਹੀਂ ਮਾਰਿਆ, ਕੁੱਲ ਗੇਂਦਾਂ ਹਨ 30। ਅਨੁਕੂਲ ਪਰਿਣਾਮ ਵਟੇ ਕੁੱਲ ਸੰਭਵ ਪਰਿਣਾਮ ਵਿੱਚੋਂ ਆਪਾਂ ਕੱਢ ਸਕਦੇ ਹਾਂ 6 ਚੌਕਾ 24, 6 5 30, ਯਾਨੀ ਕਿ ਕੀ ਆਂਸਰ ਬਣਨਾ ਚਾਹੀਦਾ ਸਵਾਲ ਦਾ 4/5। ਤਾਂ 4/5 ਸਾਡੇ ਕੋਲੇ ਦੂਜੇ ਆਪਸ਼ਨ ਦੇ ਵਿੱਚ ਉੱਤਰ ਪਿਆ ਹੈ। ਹੁਣ ਬੱਚਿਓ ਅਸੀਂ 20ਵਾਂ ਸਵਾਲ ਯਾਨੀ ਕਿ ਅਖੀਰਲਾ ਸਵਾਲ ਇਸ ਦੇਖਦੇ ਹਾਂ। ਤਾਂ ਇਹਦਾ ਬੱਚਿਓ ਕੀ ਸਵਾਲ ਹੋਵੇਗਾ, ਦੇਖੋ ਉੱਤਰ ਸਾਡੇ ਕੋਲ ਉੱਤਰ ਇਹਦਾ ਹੋਵੇਗਾ 864 ਵਰਗ ਮੀਟਰ। ਦੇਖੋ ਦੇਖਦੇ ਹਾਂ ਵੀ ਇਹ ਜਿਹੜਾ 864 ਵਰਗ ਮੀਟਰ ਹੈ, ਇਹ ਇਸ ਸਵਾਲ ਦਾ ਕਿਸ ਤਰ੍ਹਾਂ ਉੱਤਰ ਸਾਡੇ ਕੋਲੇ ਬਣਦਾ ਹੈ। ਤਾਂ ਸਾਡੇ ਕੋਲ ਬੱਚਿਓ ਇੱਕ ਸਮਾਂਤ ਚਤੁਰਭੁਜ ਦਿੱਤੀ ਆ, ਉਹ 18 ਗਾਵਾਂ ਨੂੰ ਚਰਾਉਣ ਲਈ ਘਾਹ ਹੈ। ਜੇ ਸਮਚਤੁਰਭੁਜ ਦੀ ਹਰੇਕ ਭੁਜਾ 30 ਮੀਟਰ ਹੈ। ਦੇਖੋ ਜੇ ਅਸੀਂ ਸਮਚਤੁਰਭੁਜ ਬਣਾਈਏ ਤਾਂ ਬੱਚਿਓ ਸਾਨੂੰ ਪਤਾ ਵੀ ਜੋ ਸਮਚਤੁਰਭੁਜ ਆ ਉਸਦੀਆਂ ਚਾਰੇ ਭੁਜਾਵਾਂ ਕੀ ਹੁੰਦੀਆਂ ਹਨ, ਬਰਾਬਰ ਹੁੰਦੀਆਂ ਹਨ। ਠੀਕ ਹੈ, ਤਾਂ ਉਸਦਾ ਵੱਡਾ ਵਿਕਰਨ ਸਾਨੂੰ ਦਿੱਤਾ ਹੈ ਉਹ 48 ਮੀਟਰ ਹੈ। ਆਪਾਂ ਦੇਖੋ ਪਹਿਲਾਂ ਇੱਕ ਸਮਚਤੁਰਭੁਜ ਡਰਾ ਕਰਦੇ ਹਾਂ। ਮੰਨ ਲਓ ਇਹ ਸਾਡੇ ਕੋਲ ਇੱਕ ਸਮਚਤੁਰਭੁਜ ਹੈ, ਉਹਦੀਆਂ ਜਿਹੜੀਆਂ ਚਾਰੇ ਭੁਜਾਵਾਂ ਕਿੰਨੀਆਂ ਬੱਚਿਓ 30 30 ਤੇ 30 ਮੀਟਰ। ਬੱਚਿਓ ਆਹ ਛੋਟਾ ਵਿਕਰਨ ਬਣ ਗਿਆ, ਆਹ ਸਾਡੇ ਕੋਲ ਵੱਡਾ ਵਿਕਰਨ ਬਣ ਗਿਆ। ਇਹ ਬੱਚਿਓ ਕਿੰਨਾ ਸਾਡੇ ਕੋਲ, ਇਹ ਸਾਡੇ ਕੋਲ ਹੈ 48 ਮੀਟਰ। ਹੁਣ ਦੇਖੋ ਬੱਚਿਓ ਆਹ ਸਾਡੇ ਕੋਲ ਤ੍ਰਿਭੁਜ ਬਣ ਗਈ, ਤਾਂ ਸਾਨੂੰ ਇਸ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਪਤਾ ਲੱਗ ਗਈਆਂ ਹਨ। ਤਾਂ ਇੱਥੇ ਅਸੀਂ ਹੀਰੋ ਸੂਤਰ ਦੀ ਵਰਤੋਂ ਕਰਕੇ ਇਸ ਤ੍ਰਿਭੁਜ ਦਾ ਖੇਤਰਫਲ ਕੱਢ ਲਵਾਂਗੇ। ਜਦੋਂ ਤੁਸੀਂ ਇੱਥੇ ਹੀਰੋ ਸੂਤਰ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਕੋਲੇ 432 ਵਰਗ ਮੀਟਰ ਤੁਹਾਡੇ ਕੋਲ ਖੇਤ ਦਾ ਖੇਤਰਫਲ ਆ ਜਾਏਗਾ, ਯਾਨੀ ਕਿ ਇਸ ਤ੍ਰਿਭੁਜ ਦਾ ਖੇਤਰਫਲ ਆ ਪਾਏਗਾ। ਹੁਣ ਦੇਖੋ ਜਿਹੜੀ ਉੱਪਰਲੀ ਤ੍ਰਿਭੁਜ ਹੈ ਉਹਦੀਆਂ ਭੁਜਾਵਾਂ ਵੀ 30 30 ਤੇ 48 ਹਨ, ਯਾਨੀ ਕਿ ਇਹਨਾਂ ਦੋਨਾਂ ਤ੍ਰਿਭੁਜਾਂ ਦਾ ਖੇਤਰਫਲ ਕੀ ਬਰਾਬਰ ਹੋਵੇਗਾ। ਤਾਂ ਦੂਸਰੀ ਤ੍ਰਿਭੁਜ ਦਾ ਖੇਤਰਫਲ ਵੀ 432 ਆ ਜਾਵੇਗਾ, ਤੇ ਜਦੋਂ ਆਪਾਂ ਇਹਨਾਂ ਦਾ ਜੋੜ ਕਰਾਂਗੇ ਤਾਂ ਸਾਡੇ ਕੋਲੇ ਤਾਂ ਪੂਰੇ ਖੇਤ ਦਾ ਖੇਤਰਫਲ 864 ਵਰਗ ਮੀਟਰ ਹੋ ਜਾਵੇਗਾ। ਇਸ ਕਰਕੇ ਇਸ 20ਵੇਂ ਸਵਾਲ ਦਾ ਉੱਤਰ ਸਾਡੇ ਕੋਲ ਬਣ ਜਾਵੇਗਾ 864 ਵਰਗ ਮੀਟਰ। ਬੱਚਿਓ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਣਾ ਹੈ, ਤੁਹਾਨੂੰ ਸਾਰੇ ਸਵਾਲਾਂ ਦੇ ਉੱਤਰ ਪਤਾ ਲੱਗ ਗਏ ਹੋਣਗੇ, ਤੇ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਇਸ ਟੈਸਟ ਵਿੱਚ ਕੁੱਲ ਕਿੰਨੇ ਅੰਕ ਬਣਦੇ ਹਨ। ਤਾਂ ਤੁਹਾਡੇ ਬਾਕੀ ਵਿਸ਼ੇ ਜਿਵੇਂ ਗਣਿਤ ਹੋਇਆ, ਗਣਿਤ ਆਪਾਂ ਕਰ ਰਹੇ ਹਾਂ, ਸਾਇੰਸ ਜਾਂ ਐਸਐਸ ਹੋਇਆ, ਉਹਨਾਂ ਦੇ ਜਿਹੜੇ ਪੈਸ ਦੇ ਟੈਸਟਾਂ ਦੇ ਆਨਸਰ ਆ ਗਏ, ਉਹਨਾਂ ਦੀ ਵੀਡੀਓ ਵੀ ਬਣਾਈ ਗਈ ਹੈ, ਉਹ ਵੀ ਤੁਹਾਨੂੰ ਇਸ ਚੈਨਲ ਤੇ ਮਿਲ ਸਕਦੀਆਂ ਹਨ। ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਉਹਨਾਂ ਨੂੰ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਪ੍ਰੇਰਿਤ ਕਰੋ, ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਪੈਸ ਜਾਂ ਕੋਈ ਹੋਰ ਟੈਸਟ ਹੁੰਦਾ ਹੈ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਆਪਣੀ ਤਿਆਰੀ ਵਧੀਆ ਕਰ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ।